बहुत ही प्यारे बच्चों, मेरा नाम है जसकरण सिंह, साइंस मास्टर, सरकारी मिडल स्कूल गुरुसर महराज, ਜ਼ਿਲ੍ਹਾ ਬਠਿੰਡਾ ਤੋਂ। ਬੱਚਿਓ, ਅੱਜ ਮੈਂ ਤੁਹਾਡੇ ਲਈ ਜਮਾਤ 6ਵੀਂ ਦਾ ਆਪਣਾ ਸਾਇੰਸ ਵਿਸ਼ੇ ਦਾ ਇੱਕ ਜੋ ਲੈਸਨ ਹੈ, ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰੇ ਦਾ ਪ੍ਰਬੰਧ, ਉਹ ਲੈ ਕੇ ਹਾਜ਼ਰ ਹੋਇਆ ਹਾਂ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਪਿਛਲੇ ਲੈਕਚਰਾਂ ਦੇ ਦੌਰਾਨ ਜੋ ਇਹ ਆਪਣਾ ਪਾਠ ਸੀਗਾ, ਇਸ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲਈ ਹੈ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇਸ ਪਾਠ ਦੇ ਪ੍ਰਸ਼ਨਾਂ ਨੂੰ ਹੱਲ ਕਰਾਂਗੇ। ਅਸੀਂ ਉਹਨਾਂ ਦੇ ਸਹੀ ਉੱਤਰਾਂ ਬਾਰੇ ਵਿਚਾਰ ਕਰਾਂਗੇ। ਸੋ ਆਓ ਬੱਚਿਓ, ਹੁਣ ਆਪਾਂ ਇਸ ਪਾਠ ਦੇ ਜੋ ਪ੍ਰਸ਼ਨ ਉੱਤਰ ਹਨ ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਸੋ ਬੱਚਿਓ, ਆਪਣੇ ਕੋਲੇ ਇੱਕ ਕੁਐਸਚਨ ਆਉਂਦਾ ਗਾ। ਇਹ ਹੈਗਾ ਜੀ, ਲਾਲ ਗੰਡੋਏ ਕਿਸ ਤਰ੍ਹਾਂ ਦੇ ਕੂੜੇ ਕਰਕਟ ਨੂੰ ਕੰਪੋਸਟ ਵਿੱਚ ਪਰਿਵਰਤਿਤ ਕਰਦੇ ਹਨ। ਸੋ ਬੱਚੇ, ਉਹਨੇ ਆਪਾਂ ਨੂੰ ਇਹ ਪੁੱਛਿਆ ਕਿ ਜਿਹੜੀ ਤੁਸੀਂ ਪਹਿਲਾਂ ਲੈਕਚਰਾਂ ਦੇ ਦੌਰਾਨ ਪੜ੍ਹਿਆ ਸੀ ਵੀ ਕੰਪੋਸਟ ਖਾਦ ਕੀ ਹੁੰਦੀ ਆ। ਸੋ ਆਪਾਂ ਉਹਦੇ ਵਿੱਚੋਂ ਇੱਕ ਪ੍ਰਸ਼ਨ ਆ, ਲਾਲ ਗੰਡੋਏ ਕਿਸ ਤਰ੍ਹਾਂ ਦੇ ਕੂੜੇ ਕਰਕਟ ਨੂੰ ਕੰਪੋਸਟ ਵਿੱਚ ਪਰਿਵਰਤਿਤ ਕਰਦੇ ਹਨ। ਆਓ ਹੁਣ ਆਪਾਂ ਇਹਦਾ ਉੱਤਰ ਵੇਖਦੇ ਹਾਂ। ਕਹਿੰਦੇ ਵੀ ਜਿਹੜਾ ਕੂੜਾ ਕਰਕਟ ਜੈਵ ਵਿਘਟਨਸ਼ੀਲ ਹੁੰਦਾ ਹੈ ਉਸ ਨੂੰ ਲਾਲ ਗੰਡੋਏ ਕੰਪੋਸਟ ਵਿੱਚ ਪਰਿਵਰਤਿਤ ਕਰਦੇ ਹਨ। ਇਸ ਵਿੱਚ ਫਲ ਅਤੇ ਸਬਜ਼ੀਆਂ ਦੀ ਰਹਿੰਦ ਖੂੰਹਦ, ਬਚੀ ਹੋਈ ਚਾਹ ਪੱਤੀ, ਬਗੀਚੇ ਤੋਂ ਪੁੱਟੇ ਹੋਏ ਵਾਧੂ ਪੌਦੇ ਆਦਿ ਸ਼ਾਮਿਲ ਹੁੰਦੇ ਹਨ। ਸੋ ਦੇਖੋ ਬੱਚੋ, ਕੀ ਹੈ ਇਹ ਆਪਣੇ ਕੋਲ ਜਿਹੜਾ ਕੂੜਾ ਕਰਕਟ ਆ ਉਹਦੇ ਵਿੱਚ ਦੋ ਤਰ੍ਹਾਂ ਦੇ ਵਿੱਚੋਂ ਪਦਾਰਥ ਹੁੰਦੇ ਆ। ਇੱਕ ਹੁੰਦੇ ਆ ਜੈਵ ਵਿਘਟਨਸ਼ੀਲ ਤੇ ਦੂਜੇ ਹੁੰਦੇ ਆ ਅਵਿਘਟਨਸ਼ੀਲ। ਹੁਣ ਜੈਵ ਵਿਘਟਨਸ਼ੀਲ ਪਦਾਰਥ ਕਿਹੜੇ ਆ? ਉਹ ਵਾਲੇ ਪਦਾਰਥ ਜਿਹੜੇ ਕੀ ਆ ਗਲ ਸੜ ਜਾਂਦੇ ਹਨ। ਠੀਕ ਹੈ, ਜਿਵੇਂ ਕੀ ਆ ਜਾਂਦਾ, ਜਿਵੇਂ ਜਦੋਂ ਆਪਾਂ ਫਲ ਅਤੇ ਸਬਜ਼ੀਆਂ ਨੂੰ ਛਿਲਦੇ ਆ, ਉਹਨਾਂ ਤੇ ਜਿਹੜੇ ਛਿਲਕੇ ਲੈਂਦੇ ਆ ਜਾਂ ਹੋਰ ਰਹਿੰਦ ਖੂੰਹਦ ਬਚਦੀ ਆ, ਉਹ ਹੋ ਗਿਆ। ਜਾਂ ਆਪਣੀ ਚਾਹ ਪੱਤੀ ਆ, ਜਿਹੜੇ ਚਾਹ ਭੁੰਨਣ ਤੋਂ ਬਾਅਦ ਜਿਹੜੀਆਂ ਪੱਤੀਆਂ ਬਚ ਜਾਂਦੀਆਂ ਗੀਆਂ, ਉਹ ਹੋ ਗਈਆਂ। ਜਿਵੇਂ ਦਰਖਤਾਂ ਤੋਂ ਪੱਤੇ ਡਿੱਗਦੇ ਰਹਿੰਦੇ ਆ, ਜਾਂ ਆਪਾਂ ਬਗੀਚੇ ਦੇ ਵਿੱਚ ਵਾਧੂ ਪੌਦੇ ਪੁੱਟਦੇ ਆ, ਕੋਈ ਹੋਰ ਡਿੱਗੇ ਹੋਏ ਫੁੱਲ ਵਗੈਰਾ, ਇਹ ਸਾਰੇ ਹੋ ਗਏ। ਠੀਕ ਹੈ, ਸੋ ਇਹ ਸਾਰੇ ਕੀ ਆ, ਹੌਲੀ ਹੌਲੀ ਕੀ ਹੋ ਜਾਂਦਾ, ਇਹਨਾਂ ਦਾ ਵਿਘਟਨ ਹੋ ਜਾਂਦਾ ਗਾ, ਟੁੱਟ ਜਾਂਦੇ ਆ ਛੋਟੇ ਹਿੱਸਿਆਂ ਦੇ ਵਿੱਚ। ਤਾਂ ਜਿਹੜੇ ਲਾਲ ਗੰਡੋਏ ਆ ਉਹ ਕੀ ਕਰਦੇ ਆ, ਉਹ ਇਹਨਾਂ ਪਦਾਰਥਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜਨ ਦਾ ਕੰਮ ਕਰਦੇ ਆ, ਭਾਵ ਇਹਨਾਂ ਨੂੰ ਕੰਪੋਸਟ ਦੇ ਵਿੱਚ ਪਰਿਵਰਤਿਤ ਕਰ ਦਿੰਦੇ ਆ। ਜਦੋਂ ਕਿ ਆਪਣੇ ਕੋਲ ਇੱਕ ਹੋਰ ਪਦਾਰਥ ਹੁੰਦੇ ਆ, ਉਹਨਾਂ ਨੂੰ ਅਵਿਘਟਨਸ਼ੀਲ ਬੋਲਿਆ ਜਾਂਦਾ। ਉਹ ਪਦਾਰਥ ਵਿੱਚੋਂ ਗਲਦੇ ਸੜਦੇ ਨਹੀਂ। ਉਹਨਾਂ ਵਿੱਚ ਕੀ ਆ, ਜਿਵੇਂ ਆਪਣੀ ਪਲਾਸਟਿਕ ਹੋ ਗਈ, ਕਾਗਜ਼ ਦੇ ਟੁਕੜੇ ਹੋ ਗਏ, ਜਾਂ ਕੱਚ ਹੋ ਗਿਆ, ਧਾਤਾਂ ਹੋ ਗਈਆਂ। ਤਾਂ ਜਿਹੜੇ ਲਾਲ ਗੰਡੋਏ ਆ ਉਹ ਉਹਨਾਂ ਪਦਾਰਥਾਂ ਨੂੰ ਕੰਪੋਸਟ ਵਿੱਚ ਨਹੀਂ ਪਰਿਵਰਤਿਤ ਕਰ ਸਕਦੇ। ਠੀਕ ਹੈ, ਸੋ ਇਹ ਕੁਐਸਚਨ ਤੁਹਾਨੂੰ ਕਲੀਅਰ ਹੋਇਆ ਕਿ ਜਿਹੜੇ ਲਾਲ ਗੰਡੋਏ ਆ ਉਹ ਕਿਸ ਤਰ੍ਹਾਂ ਦੇ ਕੂੜੇ ਕਰਕਟ ਨੂੰ ਕੰਪੋਸਟ ਵਿੱਚ ਪਰਿਵਰਤਿਤ ਕਰਦੇ ਆ। ਜਿਹੜਾ ਕੂੜਾ ਕਰਕਟ ਜੈਵ ਵਿਘਟਨਸ਼ੀਲ ਹੁੰਦਾ, ਜਿਵੇਂ ਕੀ ਹੋ ਗਿਆ ਆਪਣਾ ਫਲ ਅਤੇ ਸਬਜ਼ੀਆਂ ਦੀ ਰਹਿੰਦ ਖੂੰਹਦ ਹੋ ਗਈ, ਚਾਹ ਪੱਤੀਆਂ ਹੋ ਗਈਆਂ, ਜਾਂ ਜਿਹੜੇ ਆਪਣੇ ਵਾਧੂ ਪੱਤੇ ਪੌਦੇ ਹੁੰਦੇ ਆ, ਉਹ ਸਾਰੇ। ਚਲੋ ਜੀ, ਹੁਣ ਆਪਾਂ ਅਗਲੇ ਕੁਐਸਚਨ ਦੇ ਉੱਤੇ ਪਹੁੰਚਦੇ ਹਾਂ। ਹਾਂਜੀ ਬੱਚਿਓ, ਅਗਲਾ ਆਪਣਾ ਪ੍ਰਸ਼ਨ ਆ, ਕੀ ਤੁਸੀਂ ਆਪਣੇ ਕੰਪੋਸਟ ਵਾਲੇ ਟੋਏ ਵਿੱਚ ਲਾਲ ਗੰਡੋਇਆਂ ਤੋਂ ਇਲਾਵਾ ਕਿਸੇ ਹੋਰ ਜੀਵ ਨੂੰ ਵੀ ਵੇਖਿਆ ਹੈ? ਜੇ ਹਾਂ ਤਾਂ ਉਸ ਦਾ ਨਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰੋ। ਤਾਂ ਬੱਚੇ, ਤੁਸੀਂ ਕੰਪੋਸਟ ਵਿਧੀ ਪਹਿਲਾਂ ਪੜ੍ਹੀ ਵੀ ਆ। ਉਸ ਦੇ ਵਿੱਚ ਕੀ ਹੁੰਦਾ ਕਿ ਆਪਾਂ ਟੋਆ ਪੁੱਟਦੇ ਆ, ਉਹਦੇ ਵਿੱਚ ਗੰਡੋਏ ਛੱਡਦੇ ਆ, ਫਿਰ ਉਹ ਗੰਡੋਏ ਕੀ ਕਰਦੇ ਆ, ਜਿਹੜੇ ਮਤਲਬ ਵਿਅਰਥ ਪਦਾਰਥ ਆ ਉਹਨਾਂ ਨੂੰ ਖਾਦ ਦੇ ਵਿੱਚ, ਕੰਪੋਸਟ ਦੇ ਵਿੱਚ ਬਦਲਦੇ ਆ। ਤਾਂ ਬੱਚੇ, ਜਦੋਂ ਆਪਾਂ ਗੰਡੋਏ ਛੱਡਦੇ ਆ ਤਾਂ ਜ਼ਰੂਰੀ ਨਹੀਂ ਵੀ ਜਿਹੜਾ ਉਹ ਟੋਆ ਉਸ ਦੇ ਵਿੱਚ ਸਿਰਫ ਗੰਡੋਏ ਹੀ ਰਹਿਣ। ਤਾਂ ਪਹਿਲਾਂ ਦੇਖੋ, ਆਪਾਂ ਇਹਦਾ ਉੱਤਰ ਜਾਣਦੇ ਆ। ਕੰਪੋਸਟ ਵਾਲੇ ਟੋਏ ਵਿੱਚ ਲਾਲ ਗੰਡੋਇਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਕੀੜੇ ਮਕੌੜੇ, ਮਿਲੀਪੀਡਜ਼, ਕੀੜੀਆਂ ਆਦਿ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਸੂਖਮਦਰਸ਼ੀ ਦੀ ਸਹਾਇਤਾ ਨਾਲ ਦੇਖੇ ਜਾਣ ਵਾਲੇ
ਬੈਕਟੀਰੀਆ ਵੀ ਹੁੰਦੇ ਹਨ। ਤਾਂ ਦੇਖੋ ਬੱਚਿਓ ਕੀ ਆ ਇਹ ਜਿਹੜਾ ਕੰਪੋਸਟ ਵਾਲਾ ਟੋਆ ਰਾਜੇ ਤੁਸੀਂ ਜਾਣਦੇ ਹੋ ਕਿ ਆਪਣੇ ਕੋਲੇ ਛੋਟੇ ਛੋਟੇ ਕੀੜਿਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਕੁਝ ਛੋਟੇ ਬੈਕਟੀਰੀਆ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਵੀ ਵੇਖ ਪਾਉਂਦੇ, ਉਹ ਇੰਨੇ ਛੋਟੇ ਹੁੰਦੇ ਹਨ, ਉਹਨਾਂ ਨੂੰ ਇੱਕ ਯੰਤਰ ਸੂਖਮਦਰਸ਼ੀ ਦੀ ਸਹਾਇਤਾ ਨਾਲ ਦੇਖਿਆ ਜਾਂਦਾ। ਸੋ ਜਿਹੜਾ ਕੰਪੋਸਟ ਵਾਲਾ ਟੋਆ ਉਸ ਦੇ ਵਿੱਚ ਸਿਰਫ ਲਾਲ ਗੰਡੋਏ ਨਹੀਂ ਹੁੰਦੇ, ਉਸ ਦੇ ਵਿੱਚ ਹੋਰ ਬਹੁਤ ਸਾਰੇ ਛੋਟੇ ਕੀੜੇ ਮਕੌੜੇ ਜਿਨ੍ਹਾਂ ਨੂੰ ਤੁਸੀਂ ਆਪਾਂ ਛੋਟੀਆਂ ਕੀੜੀਆਂ ਕਹਿ ਦਿੰਦੇ ਆ ਜਾਂ ਕੀੜੇ ਹੁੰਦੇ ਆ, ਜਾਂ ਆਪਾਂ ਆਪਣੀ ਆਮ ਭਾਸ਼ਾ ਦੇ ਵਿੱਚ ਸੁੰਡ ਦਾ ਨਾਮ ਵੀ ਦੇ ਦਿੰਦੇ ਆ, ਇਹ ਸਾਰੇ ਵੀ ਕੀ ਆ ਉਸ ਕੰਪੋਸਟ ਵਾਲੇ ਟੋਏ ਦੇ ਵਿੱਚ ਪਾਏ ਜਾਂਦੇ ਹਨ। ਤਾਂ ਤੁਸੀਂ ਜਿਵੇਂ ਚਿੱਤਰ ਦੇ ਵਿੱਚ ਦੇਖ ਸਕਦੇ ਹੋ, ਇੱਕ ਤੁਹਾਨੂੰ ਕੀੜੇ ਦੀ ਫੋਟੋ ਦਿਖਾਈ ਵੀ ਆ ਤੇ ਇੱਕ ਸੁੰਡ ਦੀ ਫੋਟੋ ਦਿਖਾਈ ਵੀ ਆ। ਤਾਂ ਇਦਾਂ ਦੇ ਤੁਹਾਨੂੰ ਬਹੁਤ ਸਾਰੇ ਛੋਟੇ ਛੋਟੇ ਕੀੜੇ ਮਕੌੜੇ ਉਸ ਕੋਲ ਜਿਹੜਾ ਆਪਣਾ ਕੰਪੋਸਟ ਵਾਲਾ ਟੋਆ ਗਾ ਉਸ ਦੇ ਵਿੱਚ ਦਿਖਾਈ ਦੇਣਗੇ। ਹੁਣ ਆਪਣਾ ਬੱਚਿਓ ਹੈਗਾ ਅਗਲਾ ਪ੍ਰਸ਼ਨ, ਇਹ ਹੈ ਕਿ ਕੂੜੇ ਕਰਕਟ ਦਾ ਨਿਪਟਾਰਾ ਜਾਂ ਪ੍ਰਬੰਧ ਕੇਵਲ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਤਾਂ ਦੇਖੋ ਬੱਚਿਓ ਬਹੁਤ ਇੰਪੋਰਟੈਂਟ ਇਹ ਇੱਕ ਕੁਐਸਚਨ ਆ ਤੁਹਾਡੇ ਲਈ ਸਮਝਣ ਵਾਲਾ ਕਿ ਜਿਹੜਾ ਕੂੜੇ ਕਰਕਟ ਦਾ ਨਿਪਟਾਰਾ ਜਾਂ ਪ੍ਰਬੰਧ ਕਰਨਾ ਉਹ ਕੇਵਲ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਤਾਂ ਦੇਖੋ ਉੱਤਰ, ਕੂੜੇ ਕਰਕਟ ਦਾ ਨਿਪਟਾਰਾ ਕਰਨਾ ਕੇਵਲ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਕੂੜੇ ਕਰਕਟ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਹਰੇਕ ਨਾਗਰਿਕ ਦੀ ਵੀ ਹੈ। ਸਾਨੂੰ ਆਪਣੇ ਘਰਾਂ ਦੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ, ਕੂੜੇ ਕਰਕਟ ਨੂੰ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ। ਇਸੇ ਤਰ੍ਹਾਂ ਸਫਾਈ ਕਰਮਚਾਰੀਆਂ ਦੀ ਡਿਊਟੀ ਹੈ ਕਿ ਉਹ ਘਰਾਂ ਦਾ ਕੂੜਾ ਲੈ ਕੇ ਜਾਣ ਅਤੇ ਯੋਗ ਤਰੀਕੇ ਨਾਲ ਉਸ ਦਾ ਨਿਪਟਾਰਾ ਕਰਨ। ਅਵਿਘਟਨਸ਼ੀਲ ਪਦਾਰਥਾਂ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਤਾਂ ਦੇਖੋ ਬੱਚਿਓ, ਦੇਖੋ ਸਰਕਾਰ ਤਾਂ ਜੋ ਆਪਣੇ ਪੱਧਰ ਤੇ ਪ੍ਰਬੰਧ ਹੁੰਦੇ ਆ ਉਹ ਕਰਦੀ ਹੀ ਕਰਦੀ ਆ, ਪਰ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਆਪਣੀ ਸਫਾਈ ਰੱਖੋਗੇ ਫੇਰ ਹੀ ਆਪਾਂ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਾਂਗੇ, ਫੇਰ ਹੀ ਆਪਣਾ ਜਿਹੜੇ ਨਗਰ ਆ, ਸ਼ਹਿਰ ਆ, ਦੇਸ਼ ਆ ਉਹ ਸਾਫ਼ ਸੁਥਰਾ ਬਣੂਗਾ। ਸੋ ਹਰੇਕ ਜ਼ਿੰਮੇਵਾਰ ਨਾਗਰਿਕ ਦੀ ਇਹ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੂੜਾ ਕਰਕਟ ਦੇ ਨਿਪਟਾਰੇ ਦੇ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤੇ ਸਰਕਾਰ ਦਾ ਸਹਿਯੋਗ ਕਰੇ। ਹੁਣ ਆਪਣਾ ਫਰਜ਼ ਕੀ ਬਣਦਾ ਬੱਚਿਓ ਕਿ ਜਿਹੜੀ ਆਪਾਂ ਆਪਣੇ ਘਰਾਂ ਦੀ ਸਾਫ਼ ਸਫਾਈ ਰੱਖੀਏ, ਜਿਹੜਾ ਆਪਣੇ ਘਰਾਂ ਦੇ ਵਿੱਚ ਕੂੜਾ ਕਰਕਟ ਪੈਦਾ ਹੁੰਦਾ ਗਾ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਸੁੱਟੀਏ। ਇਹ ਨਹੀਂ ਕਿ ਇੱਧਰ ਉੱਧਰ ਸੜਕਾਂ ਤੇ ਖਿਲਾਰਤਾ। ਆਪਾਂ ਨੂੰ ਕੀ ਇਸ ਦੇ ਲਈ ਆਪਣੇ ਘਰਾਂ ਦੇ ਵਿੱਚ ਕੂੜੇਦਾਨ ਹੁੰਦੇ ਆ, ਡਸਟਬਿਨ ਰੱਖਣੇ ਚਾਹੀਦੇ ਆ, ਉਹਨਾਂ ਦੇ ਵਿੱਚ ਸੁੱਟਣਾ ਚਾਹੀਦਾ ਹੈ। ਫਿਰ ਅੱਗੋਂ ਜਿਹੜੇ ਸਫਾਈ ਕਰਮਚਾਰੀ ਆ ਉਹ ਆਪਣੇ ਤੋਂ ਉਹ ਜਿਹੜਾ ਕੂੜਾ ਗਾ ਉਹ ਲੈ ਕੇ ਜਾਂਦੇ ਆ ਤੇ ਉਸ ਨੂੰ ਉਸ ਦਾ ਯੋਗ ਤਰੀਕੇ ਦੇ ਨਾਲ ਨਿਪਟਾਰਾ ਕਰਦੇ ਆ। ਤਾਂ ਇਸ ਤਰੀਕਿਆਂ ਦੇ ਨਾਲ ਬੱਚਿਓ ਕੀ ਆ ਕਿ ਆਪਾਂ ਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਗਾ ਤਾਂ ਕਿ ਜਿਹੜਾ ਆਪਣਾ ਆਲਾ ਦੁਆਲਾ ਕੀ ਆ ਸ਼ੁੱਧ ਹੋ ਸਕੇ, ਸਾਫ਼ ਹੋ ਸਕੇ। ਤਾਂ ਬੱਚਿਓ ਇਹ ਕੁਐਸਚਨ ਬਹੁਤ ਇੰਪੋਰਟੈਂਟ ਆ ਤੇ ਤੁਹਾਡੇ ਲਈ ਵੀ ਇਹ ਇੱਕ ਟਾਸਕ ਆ, ਤੁਹਾਡੀ ਇੱਕ ਸਭ ਦੀ ਜ਼ਿੰਮੇਵਾਰੀ ਆ ਕਿ ਜਿਹੜਾ ਕੂੜੇ ਕਰਕਟ ਦਾ ਨਿਪਟਾਰਾ ਕਰਨਾ ਆਪਾਂ ਉਸ ਦੇ ਵਿੱਚ ਸਰਕਾਰ ਦਾ ਸਹਿਯੋਗ ਜ਼ਰੂਰ ਕਰਨਾ। ਠੀਕ ਹੈ ਬੱਚਿਓ, ਚਲੋ ਹੁਣ ਅਗਲਾ ਪ੍ਰਸ਼ਨ ਆਪਣੇ ਕੋਲੇ, ਕੀ ਕੂੜੇ ਕਰਕਟ ਦੇ ਨਿਪਟਾਰੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਘੱਟ ਕਰਨਾ ਸੰਭਵ ਹੈ? ਤਾਂ ਬੱਚਿਓ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਆ। ਕੂੜੇ ਕਰਕਟ ਦੇ ਨਿਪਟਾਰੇ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਕੂੜੇ ਕਰਕਟ ਨੂੰ ਇਕੱਠਾ ਕਰਨ ਤੋਂ ਲੈ ਕੇ ਉਹਦੇ ਨਿਪਟਾਰੇ ਤੱਕ ਉਹਨੂੰ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੀਦਾ, ਘੱਟ ਕਰਨਾ ਚਾਹੀਦਾ। ਸੋ ਆਪਾਂ ਜਾਣਦੇ ਇਹਦਾ ਉੱਤਰ ਕੀ ਆ। ਕੂੜੇ ਕਰਕਟ ਦੇ ਨਿਪਟਾਰੇ ਲਈ ਜੇਕਰ ਯੋਗ ਤਰੀਕੇ ਵਰਤੋਂ ਵਿੱਚ ਲਿਆਂਦੇ ਜਾਣ ਤਾਂ ਨਿਪਟਾਰੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਤਾਂ ਦੇਖੋ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਆਪਾਂ ਸਾਰਾ ਕੁਝ ਪ੍ਰੋਪਰ ਤਰੀਕੇ ਦੇ ਨਾਲ ਯੋਗ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਈਏ ਤਾਂ ਜਿਹੜੀਆਂ ਕੂੜੇ ਕਰਕਟ ਨੂੰ ਆਪਾਂ ਸਾਂਭ ਸੰਭਾਲ ਕਰਨੀ ਆ ਤੇ ਨਿਪਟਾਰਾ ਕਰਨਾ, ਉਹਦੇ ਨਾਲ ਜਿਹੜੀਆਂ ਸਮੱਸਿਆਵਾਂ ਗੇ ਉਹਨਾਂ ਨੂੰ ਆਪਾਂ ਖਤਮ ਕਰ ਸਕਦੇ ਹਾਂ, ਘੱਟ ਕਰ ਸਕਦੇ ਹਾਂ। ਹੁਣ ਉਹ ਯੋਗ ਤਰੀਕਿਆਂ ਦੇ ਵਿੱਚ ਹੋਰ ਕਿਹੜੇ ਮਹੱਤਵਪੂਰਨ ਪੁਆਇੰਟ ਆ ਜਾਂਦੇ ਆ, ਚਲੋ ਆਪਾਂ ਹੁਣ ਉਹ ਜਾਣਦੇ ਹਾਂ। ਦੇਖੋ ਫਸਟ ਕੀ ਆ, ਕੂੜੇ ਕਰਕਟ ਨੂੰ ਖੁੱਲੇ ਵਿੱਚ ਗਲੀਆਂ, ਸੜਕਾਂ ਤੇ ਪਬਲਿਕ ਥਾਵਾਂ ਤੇ ਨਹੀਂ ਸੁੱਟਣਾ ਚਾਹੀਦਾ। ਕੂੜੇ ਕਰਕਟ ਨੂੰ ਉਸ ਦੀ ਕਿਸਮ ਦੇ ਆਧਾਰ ਤੇ ਨਿਰਧਾਰਿਤ ਤਰੀਕੇ ਨਾਲ ਇਕੱਠਾ ਕਰਕੇ ਇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ, ਜਿਵੇਂ ਮੁੜ ਵਰਤੋਂ, ਖਾਦ ਬਣਾਉਣਾ, ਧਰਤੀ ਹੇਠ ਦੱਬਣਾ ਆਦਿ। ਤਾਂ ਬੱਚਿਓ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਸਭ ਤੋਂ ਵੱਡੀ ਸਮੱਸਿਆ ਕਿੱਥੇ ਆਉਂਦੀ ਆ, ਜਦੋਂ ਆਪਾਂ
ਕੂੜੇ ਕਰਕਟ ਨੂੰ ਕੀ ਆ ਆਮ ਪਬਲਿਕ ਥਾਵਾਂ ਦੇ ਉੱਤੇ ਇੱਧਰ ਉੱਧਰ ਸੁੱਟ ਦਿੰਦੇ ਆ। ਸੋ ਆਪਣਾ ਫਰਜ਼ ਬਣਦਾ ਕਿ ਆਪਾਂ ਜਿਹੜਾ ਕੂੜੇ ਕਰਕਟ ਨੂੰ ਉਸ ਨੂੰ ਖੁੱਲੇ ਦੇ ਵਿੱਚ ਜਾਂ ਗਲੀਆਂ ਸੜਕਾਂ ਤੇ ਜਾਂ ਪਬਲਿਕ ਥਾਵਾਂ ਤੇ ਨਾ ਸੁੱਟੀਏ, ਬਲਕਿ ਆਪਾਂ ਨੂੰ ਕੀ ਕਰਨਾ ਚਾਹੀਦਾ, ਇਸ ਨੂੰ ਯੋਗ ਤਰੀਕੇ ਦੇ ਨਾਲ ਇਕੱਠਾ ਕਰਨਾ ਚਾਹੀਦਾ। ਹੁਣ ਉਹ ਯੋਗ ਤਰੀਕਾ ਕੀ ਆ, ਦੇਖੋ ਬੱਚੋ ਕੁਝ ਆਪਣੇ ਕੋਲੇ ਕੂੜੇ ਕਰਕਟ ਦੇ ਵਿੱਚ ਗਿੱਲੇ ਪਦਾਰਥ ਹੁੰਦੇ ਆ, ਕੁਝ ਸੁੱਕੇ ਪਦਾਰਥ ਹੁੰਦੇ ਆ। ਕੁਝ ਪਦਾਰਥ ਇਹੋ ਜਿਹੇ ਆ ਜਿਨ੍ਹਾਂ ਨੂੰ ਆਪਾਂ ਜਿਹੜੇ ਵਿਘਟਨਸ਼ੀਲ ਹੁੰਦੇ ਆ, ਕੁਝ ਇਹ ਜਿਹੇ ਹੁੰਦੇ ਆ ਜਿਹੜੇ ਵਿਘਟਨਸ਼ੀਲ ਨਹੀਂ ਹੁੰਦੇ। ਜਿਵੇਂ ਆਪ ਤੁਹਾਨੂੰ ਪਤਾ ਵੀ ਜਿਹੜੀ ਸਬਜ਼ੀਆਂ ਫਲਾਂ ਦੀ ਰਹਿੰਦ ਖੂੰਹਦ ਆ, ਠੀਕ ਹੈ, ਜਾਂ ਪੱਤੇ ਹੋ ਗਏ, ਪੌਦੇ ਹੋ ਗਏ, ਚਾਹ ਦੀ ਬਚੀ ਹੋਈ ਰਹਿੰਦ ਖੂੰਹਦ ਆ, ਇਹ ਸਾਰੇ ਕੀ ਆ ਗਲਨਯੋਗ ਪਦਾਰਥ ਆ। ਪਰ ਦੂਜੇ ਪਾਸੇ ਜਿਵੇਂ ਪਲਾਸਟਿਕ ਹੋ ਗਿਆ, ਕੱਚ ਹੋ ਗਿਆ, ਧਾਤਾਂ ਹੋ ਗਈਆਂ, ਪਾਲੀਥੀਨ ਲਿਫਾਫੇ ਹੋ ਗਏ, ਇਹ ਲੰਬਾ ਸਮਾਂ ਉਵੇਂ ਹੀ ਆਪਣੀ ਵਾਤਾਵਰਣ ਦੇ ਵਿੱਚ ਹੋਂਦ ਬਣਾਈ ਰੱਖਦੇ ਆ। ਸੋ ਆਪਣਾ ਪਹਿਲਾ ਫਰਜ਼ ਹੈ ਕਿ ਆਪਾਂ ਇਹਨਾਂ ਪਦਾਰਥਾਂ ਨੂੰ ਅਲੱਗ-ਅਲੱਗ ਕਰਨ ਦਾ ਤਰੀਕਿਆਂ ਨੂੰ ਜਾਣੀਏ, ਇਹਨਾਂ ਨੂੰ ਅਲੱਗ ਕਰਨਾ ਸਿੱਖੀਏ। ਫਿਰ ਆਪਾਂ ਕੀ ਕਰਨਾ ਬੱਚੋ, ਇਹਨਾਂ ਨੂੰ ਅਲੱਗ-ਅਲੱਗ ਇਕੱਠਾ ਕਰਨਾ। ਇਕੱਠਾ ਕਰਨ ਦੇ ਲਈ ਆਪਾਂ ਕਾਹਦਾ ਦਾ ਪ੍ਰਯੋਗ ਕਰਦੇ ਹਾਂ, ਕੂੜੇਦਾਨਾਂ ਦਾ, ਡਸਟਬਿਨਾਂ ਦਾ ਪ੍ਰਯੋਗ ਕਰਦੇ ਹਾਂ। ਸੋ ਆਪਾਂ ਨੂੰ ਗਿੱਲਾ ਕੂੜਾ ਇੱਕ ਤਰ੍ਹਾਂ ਦੇ ਡਸਟਬਿਨ 'ਚ ਸੁੱਟਣਾ ਚਾਹੀਦਾ ਤੇ ਸੁੱਕਾ ਕੂੜਾ ਇੱਕ ਤਰ੍ਹਾਂ ਦੇ, ਜਾਂ ਆਪਾਂ ਇਹ ਕਹਿ ਲਓ ਵੀ ਜਿਹੜੇ ਜੈਵ ਵਿਘਟਨਸ਼ੀਲ ਪਦਾਰਥ ਆ ਉਹਨਾਂ ਨੂੰ ਇੱਕ ਕੂੜੇਦਾਨ ਦੇ ਵਿੱਚ ਇਕੱਠਾ ਕਰਨਾ ਚਾਹੀਦਾ, ਤੇ ਜਿਹੜੇ ਜੈਵ ਅਵਿਘਟਨਸ਼ੀਲ ਪਦਾਰਥ ਆ ਜਾਂ ਜਿਹੜੇ ਅਵਿਘਟਨਸ਼ੀਲ ਜਿਨ੍ਹਾਂ ਦਾ ਵਿਘਟਨ ਨਹੀਂ ਹੋ ਸਕਦਾ ਉਹਨਾਂ ਨੂੰ ਆਪਾਂ ਕਿੱਥੇ ਕਰਨਾ, ਦੂਸਰੇ ਡਸਟਬਿਨ ਦੇ ਵਿੱਚ ਇਕੱਠਾ ਕਰਨਾ। ਫੇਰ ਕੀ ਆ ਬੱਚਿਓ, ਹੁਣ ਇਹਨਾਂ ਨੂੰ ਫਿਰ ਆਪਾਂ ਅੱਗੇ ਕੀ ਆ ਵੀ ਆਪਣੇ ਕੋਲ ਸਫਾਈ ਕਰਮਚਾਰੀ ਆਉਂਦੇ ਆ, ਉਹਨਾਂ ਨੂੰ ਆਪਾਂ ਇਹ ਕੂੜਾ ਚੁਕਾਉਣਾ ਗਾ। ਪਰ ਜਿਹੜੇ ਕੁਝ ਪਦਾਰਥ ਜਿਵੇਂ ਮੈਂ ਤੁਹਾਨੂੰ ਪਲਾਸਟਿਕ ਕਾਗਜ਼ ਵਗੈਰਾ ਦੱਸੇ ਸੀ ਜਿਹੜੇ ਉਹਨਾਂ ਦਾ ਵਿਘਟਨ ਨਹੀਂ ਹੁੰਦਾ, ਉਹਨਾਂ ਨੂੰ ਆਪਾਂ ਵੱਖ-ਵੱਖ ਤਰੀਕਿਆਂ ਨਾਲ ਮੁੜ ਵਰਤੋਂ ਦੇ ਵਿੱਚ ਵੀ ਲਿਆ ਸਕਦੇ ਆ। ਜਿਹੜੇ ਕੁਝ ਪਦਾਰਥ ਆ ਉਹਨਾਂ ਨੂੰ ਧਰਤੀ ਹੇਠ ਦੱਬ ਕੇ ਖਤਮ ਕੀਤਾ ਜਾਂਦਾ, ਕੁਝ ਪਦਾਰਥਾਂ ਦੀ ਆਪਾਂ ਕੀ ਆ ਕੰਪੋਸਟ ਜਾਂ ਖਾਦ ਬਣਾ ਸਕਦੇ ਆ। ਸੋ ਇਹ ਇੱਕ ਪੁਆਇੰਟ ਸੀਗਾ। ਆਓ ਹੁਣ ਆਪਾਂ ਅਗਲਾ ਪੁਆਇੰਟ ਜਾਣਦੇ ਆ। ਅੱਗੇ ਹੈ 3R ਦੇ ਸਿਧਾਂਤ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। 3R ਦਾ ਸਿਧਾਂਤ ਬੱਚਿਓ, ਇਹ ਕੀ ਹੈ 3R ਬੱਚਿਓ? ਸਭ ਤੋਂ ਪਹਿਲਾਂ ਆਉਂਦਾ ਰਿਡਿਊਸ। ਰਿਡਿਊਸ ਦਾ ਕੀ ਮਤਲਬ ਹੁੰਦਾ? ਰਿਡਿਊਸ ਦਾ ਮਤਲਬ ਹੈਗਾ ਘੱਟ ਕਰਨਾ। ਕੀ ਮਤਲਬ? ਜਿੱਥੇ ਤੱਕ ਸੰਭਵ ਹੋਵੇ ਵਸਤੂਆਂ ਨੂੰ ਘੱਟ ਵਰਤੋਂ ਵਿੱਚ ਲਿਆਓ ਤਾਂ ਜੋ ਘੱਟ ਮਾਤਰਾ ਵਿੱਚ ਵਿਅਰਥ ਪਦਾਰਥ ਪੈਦਾ ਹੋਣ। ਤਾਂ ਦੇਖੋ ਬੱਚਿਓ ਕਿੰਨਾ ਸੋਹਣਾ ਪੁਆਇੰਟ ਆ। ਰਿਡਿਊਸ ਮਤਲਬ ਘੱਟ ਕਰਨਾ। ਜਿੰਨੀਆਂ ਆਪਾਂ ਵਸਤੂਆਂ ਘੱਟ ਵਰਤੋਂ ਦੇ ਵਿੱਚ ਲਿਆਵਾਂਗੇ ਓਨਾ ਹੀ ਕੀ ਹੋਊਗਾ, ਕੂੜਾ ਵਿਅਰਥ ਪਦਾਰਥ ਆਪਣੇ ਕੋਲ ਘੱਟ ਪੈਦਾ ਹੋਣਗੇ, ਤਾਂ ਓਨੀਆਂ ਹੀ ਜਿਹੜੀਆਂ ਸਮੱਸਿਆਵਾਂ ਕੀ ਹੋ ਗਈਆਂ, ਆਟੋਮੈਟਿਕਲੀ ਘੱਟ ਜਾਣਗੀਆਂ। ਫਿਰ ਆਪਣੇ ਕੋਲ ਬੱਚੇ ਆਉਂਦਾ ਰੀਸਾਈਕਲ। ਰੀਸਾਈਕਲ ਦਾ ਮਤਲਬ ਹੁੰਦਾ ਪੁਨਰ ਚੱਕਰਿਤ। ਤਾਂ ਕਾਗਜ਼, ਪਲਾਸਟਿਕ, ਧਾਤਾਂ, ਕੰਚ ਆਦਿ ਜਿਹੇ ਵਿਅਰਥ ਪਦਾਰਥਾਂ ਨੂੰ ਢਾਲ ਕੇ ਮੁੜ ਉਤਪਾਦਿਤ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇ। ਤਾਂ ਰੀਸਾਈਕਲਿੰਗ ਪ੍ਰੋਸੈਸ ਕੀ ਆ ਬੱਚਿਓ? ਜਿਵੇਂ ਵਰਤੇ ਹੋਏ ਕੋਈ ਕਾਗਜ਼ ਦੇ ਟੁਕੜੇ ਆ, ਪਲਾਸਟਿਕ ਦੀਆਂ ਟੁਕੜੀਆਂ, ਧਾਤਾਂ ਜਾਂ ਕੰਚ ਦੇ ਟੁਕੜੇ ਆ, ਉਹਨਾਂ ਤੋਂ ਕੀ ਆ, ਉਹਨਾਂ ਨੂੰ ਢਾਲ ਕੇ ਦੁਬਾਰਾ ਉਹਨਾਂ ਤੋਂ ਵਸਤੂਆਂ ਬਣਾਈਆਂ ਜਾ ਸਕਦੀਆਂ ਗੀਆਂ ਤੇ ਫਿਰ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾ ਸਕਦਾ। ਤੇ ਇਹਦੇ ਨਾਲ ਕੀ ਹੋਏਗਾ, ਜਿਹੜੇ ਆਪਣੇ ਪਹਿਲਾਂ ਕਾਗਜ਼, ਪਲਾਸਟਿਕ ਜਿਹੇ ਵਿਅਰਥ ਪਦਾਰਥ ਸੀਗੇ ਉਹਨਾਂ ਦਾ ਕੀ ਹੋ ਜਾਏਗਾ, ਉਹ ਨਿਪਟਾਰਾ ਹੋ ਜਾਵੇਗਾ ਤੇ ਇੱਕ ਆਪਣੇ ਕੋਲੇ ਦੁਬਾਰਾ ਵਰਤੋਂਯੋਗ ਉਹ ਪਦਾਰਥ ਵੀ ਆ ਜਾਣਗੇ। ਸੋ ਇਹ ਇੱਕ ਇੰਪੋਰਟੈਂਟ ਤਰੀਕਾ ਹੈ ਜੀ। ਫਿਰ ਬੱਚੋ ਤੀਸਰਾ ਆ ਜਾਂਦਾ ਆਪਣੇ ਕੋਲੇ ਰੀਯੂਜ਼ ਕਰਨਾ। ਰੀਯੂਜ਼ ਮਤਲਬ ਮੁੜ ਵਰਤਣਾ। ਕਾਗਜ਼, ਪਲਾਸਟਿਕ ਦੀਆਂ ਬੋਤਲਾਂ, ਡੱਬੇ ਆਦਿ ਮੁੜ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਆ। ਤਾਂ ਦੇਖੋ ਬੱਚੋ ਬਹੁਤ ਇੰਪੋਰਟੈਂਟ ਇਹ ਪੁਆਇੰਟ ਆ। ਜਿਵੇਂ ਤੁਹਾਡੇ ਕੋਲ ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ, ਆਪਾਂ ਕੋਲਡ ਡਰਿੰਕ ਵਗੈਰਾ ਪੀਂਦੇ ਆ, ਠੀਕ ਹੈ, ਤਾਂ ਉਹ ਜਿਹੜੀਆਂ ਬੋਤਲਾਂ ਉਸ ਤੋਂ ਬਾਅਦ ਪਲਾਸਟਿਕ ਦੀਆਂ ਆਪਣੇ ਕੋਲ ਖਾਲੀ ਬਚ ਗਈਆਂ, ਉਹਨਾਂ ਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਕੋਈ ਤਰਲ ਪਦਾਰਥ ਜਮ੍ਹਾਂ ਕਰਨੇ ਆ। ਜਿਵੇਂ ਪਾਣੀ ਦੀਆਂ ਬੋਤਲਾਂ ਆਪਾਂ ਗਰਮੀਆਂ ਦੇ ਮੌਸਮ ਦੇ ਵਿੱਚ ਫਰਿੱਜਾਂ ਦੇ ਵਿੱਚ ਰੱਖਦੇ ਆ, ਤਾਂ ਉਹ ਤਰੀਕੇ ਨਾਲ ਆਪਾਂ ਵਰਤੋਂ 'ਚ ਲਿਆ ਸਕਦੇ ਆ। ਇਸ ਤੋਂ ਇਲਾਵਾ ਕੀ ਆਪਣੇ ਕੋਲ ਜਿਵੇਂ ਪਲਾਸਟਿਕ ਦੇ ਡੱਬੇ ਹੁੰਦੇ ਆ, ਖਾਲੀ ਬਚ ਜਾਂਦੇ ਆ, ਉਸ ਤੋਂ ਬਾਅਦ ਉਹਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਸਮਾਨ ਸਾਂਭਣ ਦੇ ਲਈ ਵਰਤ ਸਕਦੇ ਆ। ਗੱਤੇ ਦੇ ਆਪਣੇ ਕੋਲ ਡੱਬੇ, ਬਕਸੇ ਆਉਂਦੇ ਆ, ਉਹਨਾਂ ਦੇ ਵਿੱਚ ਆਪਾਂ ਹੋਰ ਸਮਾਨ ਸਾਂਭਿਆ ਜਾ ਸਕਦਾ। ਸੋ ਇਸ ਤਰੀਕੇ ਨਾਲ ਆਪਾਂ ਰੀਯੂਜ਼ ਕਰ ਸਕਦੇ ਆ। ਇੱਕ ਬੱਚਿਓ 4R ਦਾ ਸਿਧਾਂਤ ਵੀ ਹੁੰਦਾ ਗਾ, ਉਹ ਤੁਸੀਂ ਅਗਲੀਆਂ ਕਲਾਸਾਂ ਦੇ ਵਿੱਚ ਪੜ੍ਹੋਗੇ। ਤਾਂ ਆਪਣਾ ਅਗਲਾ ਪ੍ਰਸ਼ਨ ਆ ਬੱਚਿਓ, ਘਰਾਂ ਵਿੱਚ ਬਚੇ ਹੋਏ ਭੋਜਨ ਦਾ ਤੁਸੀਂ ਕੀ ਕਰਦੇ ਹੋ? ਤਾਂ ਦੇਖੋ ਘਰ ਵਿੱਚ ਬਚੇ ਹੋਏ ਭੋਜਨ ਨੂੰ ਮੁੜ ਵਰਤਣਯੋਗ ਰਹਿਣ ਤੱਕ ਫ੍ਰਿਜ ਵਿੱਚ ਰੱਖਿਆ ਜਾ ਸਕਦਾ ਹੈ। ਲੰਬਾ ਸਮਾਂ ਫ੍ਰਿਜ ਵਿੱਚ ਰੱਖਣ ਤੇ ਵੀ ਭੋਜਨ ਪਦਾਰਥ ਖਰਾਬ ਹੋ ਜਾਂਦੇ ਹਨ। ਖਰਾਬ ਹੋਏ ਭੋਜਨ ਪਦਾਰਥਾਂ ਦੀ ਵਰਤੋਂ ਖਾਦ ਬਣਾਉਣ ਲਈ, ਕੰਪੋਸਟ ਬਣਾਉਣ ਲਈ ਕੀਤੀ ਜਾ ਸਕਦੀ ਹੈ। ਤਾਂ ਜਿਵੇਂ ਬੱਚੇ ਆਪਣੇ ਘਰਾਂ ਦੇ ਵਿੱਚ ਆਪਣਾ ਭੋਜਨ ਬਣਦਾ, ਆਪਾਂ ਇੱਕ ਟਾਈਮ ਦਾ ਖਾ ਲਿਆ, ਉਸ ਤੋਂ ਬਾਅਦ ਜਿਹੜਾ ਕੁਝ ਬਚ ਜਾਂਦਾ ਉਹਨੂੰ ਆਪਾਂ ਕੀ ਕਰਦੇ ਆ, ਆਪਣੇ ਫ੍ਰਿਜ ਦੇ ਵਿੱਚ ਸਟੋਰ ਕਰ ਲੈਂਦੇ ਆ, ਠੀਕ ਹੈ। ਪਰ ਜੇ ਹੁਣ
ਆਪਾਂ ਨੂੰ ਦੁਬਾਰਾ ਲੋੜ ਆ ਤਾਂ ਆਪਾਂ ਕੁਝ ਸਮੇਂ ਬਾਅਦ ਉਹਨੂੰ ਵਰਤ ਸਕਦੇ ਹਾਂ, ਪਰ ਜੇ ਕਈ ਦਿਨਾਂ ਤੱਕ ਭੋਜਨ ਪਿਆ ਰਹੂਗਾ ਤਾਂ ਉਹ ਕੀ ਹੋ ਜਾਊਗਾ, ਖਰਾਬ ਹੋ ਜਾਊਗਾ। ਆਮ ਤੌਰ ਤੇ ਕੀ ਹੁੰਦਾ, ਕੁਝ ਜਿਹੜੇ ਪੱਕੇ ਹੋਏ ਭੋਜਨ ਪਦਾਰਥ ਆ ਉਹ ਦੂਜੇ ਤੀਜੇ ਦਿਨ ਬਾਅਦ ਕੀ ਹੋ ਜਾਂਦੇ ਆ, ਖਰਾਬ ਹੋ ਜਾਂਦੇ ਆ। ਸੋ ਆਪਾਂ ਉਹਨਾਂ ਟਾਈਮ ਤਾਂ ਇਹਨੂੰ ਫ੍ਰਿਜ ਦੇ ਵਿੱਚ ਜਮ੍ਹਾਂ ਰੱਖ ਸਕਦੇ ਹਾਂ, ਪਰ ਜੇ ਉਹ ਭੋਜਨ ਖਰਾਬ ਹੋ ਗਿਆ ਫਿਰ ਆਪਾਂ ਉਹਨੂੰ ਕੀ ਕਰ ਸਕਦੇ ਹਾਂ, ਕੰਪੋਸਟ ਜਿਹੜੀ ਵਿਧੀ ਆ ਉਸ ਦੀ ਸਹਾਇਤਾ ਦੇ ਨਾਲ ਖਾਦ ਬਣਾ ਸਕਦੇ ਹਾਂ। ਤਾਂ ਇਹ ਸੀਗਾ ਆਪਣੇ ਕੋਲੇ ਜਿਹੜਾ ਘਰਾਂ ਵਿੱਚ ਬਚਿਆ ਹੋਇਆ ਭੋਜਨ ਆ ਉਹਦਾ ਆਪਾਂ ਕੀ ਕਰਦੇ ਹਾਂ। ਠੀਕ ਹੈ, ਅਗਲਾ ਆਪਣਾ ਪ੍ਰਸ਼ਨ ਆ, ਦੇਖੋ ਕਹਿੰਦਾ ਕਿ ਤੁਹਾਨੂੰ ਜਾਂ ਤੁਹਾਡੇ ਦੋਸਤਾਂ ਨੂੰ ਕਿਸੇ ਪਾਰਟੀ ਵਿੱਚ ਪਲਾਸਟਿਕ ਦੀ ਪਲੇਟ ਜਾਂ ਕੇਲੇ ਦੇ ਪੱਤੇ ਤੇ ਖਾਣ ਦੀ ਚੋਣ ਦਿੱਤੀ ਜਾਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਕਿਉਂ। ਤਾਂ ਬੱਚੇ ਉਹਨੇ ਪ੍ਰਸ਼ਨ 'ਚ ਪੁੱਛਿਆ ਵੀ ਤੁਸੀਂ ਪਾਰਟੀ ਦੇ ਵਿੱਚ ਗਏ ਹੋ, ਉੱਥੇ ਤੁਹਾਨੂੰ ਇੱਕ ਪਲਾਸਟਿਕ ਦੀ ਪਲੇਟ ਦੇਤੀ, ਇੱਕ ਪੱਤੇ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਪੱਤਲਾਂ ਵੀ ਬੋਲਦੇ ਆ ਉਸ ਤਰ੍ਹਾਂ ਦੀ ਪਲੇਟ ਆ, ਤਾਂ ਤੁਸੀਂ ਕਿਹੜੀ ਚੁਣੋਗੇ ਤੇ ਕਿਉਂ ਚੁਣੋਗੇ। ਠੀਕ ਹੈ, ਤਾਂ ਪਹਿਲਾਂ ਆਪਾਂ ਇਹਦਾ ਉੱਤਰ ਜਾਣਦੇ ਹਾਂ ਫਿਰ ਆਪਾਂ ਸਮਝਾਂਗੇ। ਉੱਤਰ ਕੀ ਹੈ ਬੱਚਿਓ, ਅਸੀਂ ਪਲਾਸਟਿਕ ਪਲੇਟ ਜਾਂ ਕੇਲੇ ਦੇ ਪੱਤੇ ਵਿੱਚੋਂ ਕੇਲੇ ਦੇ ਪੱਤੇ ਉੱਪਰ ਭੋਜਨ ਰੱਖ ਕੇ ਖਾਣ ਦੀ ਚੋਣ ਕਰਾਂਗੇ। ਤਾਂ ਆਪਾਂ ਕੀ ਚੁਣਿਆ, ਤਾਂ ਕੇਲੇ ਦੇ ਪੱਤੇ ਵਾਲੀ ਪਲੇਟ ਨੂੰ। ਪਲਾਸਟਿਕ ਪਲੇਟ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਲਾਸਟਿਕ ਕਈ ਸਾਲਾਂ ਤੱਕ ਗਲਦਾ ਨਹੀਂ ਹੈ। ਪਲਾਸਟਿਕ ਲੰਬੇ ਸਮੇਂ ਤੱਕ ਆਪਣੀ ਹੋਂਦ ਬਣਾਈ ਰੱਖਦਾ ਹੈ, ਪਰੰਤੂ ਕੇਲੇ ਦਾ ਪੱਤਾ ਵਿਘਟਨਸ਼ੀਲ ਪਦਾਰਥ ਹੈ। ਇਸ ਨੂੰ ਆਸਾਨੀ ਨਾਲ ਖਾਦ ਵਿੱਚ ਬਦਲ ਕੇ ਇਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਤਾਂ ਬੱਚਿਓ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਪਲਾਸਟਿਕ ਆ, ਪਲਾਸਟਿਕ ਵਾਤਾਵਰਣ ਦੇ ਵਿੱਚ ਆਪਣੀ ਹੋਂਦ ਉਵੇਂ ਹੀ ਬਣਾਈ ਰੱਖਦਾ, ਇਹ ਗਲਦਾ ਸੜਦਾ ਨਹੀਂ। ਕਈ ਸਾਲਾਂ ਤੱਕ ਪਲਾਸਟਿਕ ਦੇ ਟੁਕੜੇ ਉੱਦਾਂ ਹੀ ਪਏ ਰਹਿੰਦੇ ਆ। ਜੇ ਆਪਾਂ ਹੋਰ ਤਰੀਕੇ ਵਰਤਦੇ ਹਾਂ ਜਿਵੇਂ ਅੱਗ ਲਗਾਉਣਾ ਜਾਂ ਕੋਈ ਹੋਰ ਮੈਥਡ, ਉਹਨਾਂ ਦੇ ਨਾਲ ਕੀ ਆ, ਬਹੁਤ ਸਾਰਾ ਪ੍ਰਦੂਸ਼ਣ ਪੈਦਾ ਹੁੰਦਾ, ਜ਼ਹਿਰੀਲੀਆਂ ਵਸਤੂਆਂ ਪੈਦਾ ਹੁੰਦੀਆਂ। ਤਾਂ ਇਸ ਤਰੀਕੇ ਕਾਰਨ ਜਿਹੜਾ ਪਲਾਸਟਿਕ ਦੀ ਪਲੇਟ ਆ ਉਹਨੂੰ ਵਰਤਣਾ ਕੀ ਹੋਏਗਾ, ਸਹੀ ਨਹੀਂ ਹੋਏਗਾ। ਤਾਂ ਇਹਦੇ ਲਈ ਜਿਹੜਾ ਦੂਸਰਾ ਮੈਥਡ ਆ ਕੇਲੇ ਦੇ ਪੱਤਿਆਂ ਦੀ ਬਣੀ ਹੋਈ ਪਲੇਟ, ਉਹ ਆਪਾਂ ਵਰਤਾਂਗੇ ਕਿਉਂਕਿ ਜਿਹੜੇ ਉਹ ਪਲੇਟ ਆ ਪੱਤਿਆਂ ਤੋਂ ਬਣੀ ਵੀ, ਉਹ ਕੀ ਆ, ਇੱਕ ਵਿਘਟਨਸ਼ੀਲ ਪਦਾਰਥ ਆ। ਜੈਵ ਵਿਘਟਨਸ਼ੀਲ ਪਦਾਰਥ ਹੋਣ ਕਰਕੇ ਇਸੇ ਕੀ ਆ, ਪੱਤੇ ਗਲ ਸੜ ਜਾਂਦੇ ਆ ਤੇ ਇਹਨਾਂ ਦਾ ਆਪਾਂ ਆਸਾਨੀ ਦੇ ਨਾਲ ਕੀ ਇਸ ਤੋਂ ਖਾਦ ਬਣਾ ਕੇ ਇਹਨਾਂ ਦਾ ਨਿਪਟਾਰਾ ਕਰ ਸਕਦੇ ਆ। ਸੋ ਇੱਥੇ ਉਹੀ ਕਨਸੈਪਟ ਸੀ ਬੱਚਿਓ ਕਿ ਜਿਹੜੇ ਆਪਣੇ ਗਲਣਯੋਗ ਤੇ ਨਾ ਗਲਣਯੋਗ ਪਦਾਰਥ ਸੀ। ਸੋ ਇਸ ਤਰੀਕੇ ਦੇ ਨਾਲ ਆਪਾਂ ਕਿਹੜੀ ਤਰ੍ਹਾਂ ਦੀ ਪਲੇਟ ਦੀ ਚੋਣ ਕਰਾਂਗੇ, ਜਿਹੜੇ ਗਲਣਯੋਗ ਪਦਾਰਥਾਂ ਤੋਂ ਬਣੀ ਹੋਈ ਆ, ਜਿਹਦੇ ਵਿੱਚ ਕੀ ਆ ਜਾਂਦਾ, ਕੇਲੇ ਦੇ ਪੱਤਿਆਂ ਤੋਂ ਬਣੀਆਂ ਹੋਈਆਂ ਪਲੇਟਾਂ। ਸਮਝੇ ਬੱਚਿਓ। ਹੁਣ ਆਪਾਂ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਅਗਲਾ ਪ੍ਰਸ਼ਨ ਆ, ਕਹਿੰਦਾ ਵੱਖ-ਵੱਖ ਪ੍ਰਕਾਰ ਦੇ ਕਾਗਜ਼ ਦੇ ਟੁਕੜੇ ਇਕੱਠੇ ਕਰੋ, ਪਤਾ ਕਰੋ ਕਿ ਇਹਨਾਂ ਵਿੱਚੋਂ ਕਿਸ ਦਾ ਮੁੜ ਉਤਪਾਦਨ ਕੀਤਾ ਜਾ ਸਕਦਾ ਹੈ। ਤਾਂ ਪਹਿਲਾਂ ਉੱਤਰ ਜਾਣਦੇ ਆਪਾਂ। ਉੱਤਰ ਕੀ ਹੈ ਜੀ, ਆਮ ਵਰਤੋਂ ਵਿੱਚ ਆਉਣ ਵਾਲੇ ਕਾਗਜ਼ ਦੇ ਟੁਕੜੇ ਜਿਵੇਂ ਅਖਬਾਰ, ਕਿਤਾਬਾਂ ਕਾਪੀਆਂ ਦੇ ਪੰਨੇ, ਮੈਗਜ਼ੀਨ ਆਦਿ ਮੁੜ ਉਤਪਾਦ ਕੀਤੇ ਜਾ ਸਕਦੇ ਹਨ, ਪਰੰਤੂ ਕੁਝ ਕਾਗਜ਼ ਦੇ ਟੁਕੜੇ ਜਿਨ੍ਹਾਂ ਉੱਪਰ ਚਮਕਦਾਰ ਪਦਾਰਥ ਜਿਵੇਂ ਪਲਾਸਟਿਕ, ਪਾਲੀਥੀਨ ਆਦਿ ਦੀ ਹਲਕੀ ਪਰਤ ਚੜ੍ਹੀ ਹੁੰਦੀ ਹੈ, ਉਹ ਮੁੜ ਉਤਪਾਦਿਤ ਨਹੀਂ ਕੀਤੇ ਜਾ ਸਕਦੇ। ਤਾਂ ਬੱਚਿਓ ਆਪਾਂ ਜਿਹੜੇ ਆਸ-ਪਾਸ ਆਪਣੇ ਕੋਲ ਕਾਗਜ਼ ਦੇ ਟੁਕੜੇ ਕਿਹੜੇ ਆ, ਜਿਵੇਂ ਆਪਣੇ ਕੋਲ ਆਮ ਅਖਬਾਰ ਯੂਜ਼ ਦੇ ਵਿੱਚ ਆਉਂਦਾ ਗਾ, ਜਾਂ ਤੁਹਾਡੀਆਂ ਜਿਵੇਂ ਕਿਤਾਬਾਂ ਕਾਪੀਆਂ ਦੇ ਪੰਨੇ ਹੋ ਗਏ, ਠੀਕ ਹੈ, ਇਹ ਵਾਲੀ ਹੁੰਦੇ ਆ ਕਾਗਜ਼। ਪਰ ਜਦੋਂ ਤੁਸੀਂ ਇਸ ਕਾਗਜ਼ ਨੂੰ ਛੂ ਕੇ ਚੈੱਕ ਕਰਦੇ ਹੋ, ਤੁਹਾਨੂੰ ਪਤਾ ਲੱਗਦਾ ਵੀ ਕਈ ਵਾਰ ਕੁਝ ਪਦਾਰਥਾਂ ਦੇ ਉੱਤੇ ਥੋੜਾ ਜਿਹਾ ਕੀ ਆ, ਲੈਮੀਨੇਸ਼ਨ ਟਾਈਪ, ਭਾਵ ਪਲਾਸਟਿਕ ਦੀ ਹਲਕੀ ਜੀ ਜਾਂ ਪਾਲੀਥੀਨ ਦੀ ਹਲਕੀ ਜੀ ਪਰਤ ਚੜੀ ਹੁੰਦੀ ਆ। ਠੀਕ ਹੈ, ਤਾਂ ਆਪਾਂ ਜਿਹੜੀ ਪਹਿਲਾਂ ਹੀ ਗੱਲ ਕੀਤੀ ਸੀ ਵੀ ਹੁਣ ਜਿਹੜੇ ਪਲਾਸਟਿਕ ਜਾਂ ਪਾਲੀਥੀਨ ਆ, ਇਹਨਾਂ ਨੂੰ ਕੀ ਆ, ਮੁੜ ਉਤਪਾਦਿਤ ਕਰਨਾ ਔਖਾ ਗਾ, ਜਾਂ ਭਾਵ ਇਹੀ ਸਮਝੋ ਵੀ ਆਪਾਂ ਨਹੀਂ ਕਰ ਸਕਦੇ ਇਹਨਾਂ ਨੂੰ। ਤਾਂ ਜਿਹੜੇ ਆਮ ਵਰਤੋਂ 'ਚ ਆਉਣ ਵਾਲੇ ਕਾਗਜ਼ ਆ, ਜਿਵੇਂ ਅਖਬਾਰਾਂ ਦੇ ਟੁਕੜੇ ਹੋ ਗਏ ਜਾਂ ਕਿਤਾਬਾਂ ਕਾਪੀਆਂ ਦੇ ਪੰਨੇ ਜਾਂ ਮੈਗਜ਼ੀਨ ਹੋ ਗਏ, ਉਹਨਾਂ ਨੂੰ ਆਪਾਂ ਮੁੜ ਉਤਪਾਦਿਤ ਕਰ ਸਕਦੇ ਹਾਂ। ਪਰ ਜਿਹੜੇ ਆਪਣੇ ਦੂਜੇ ਹੋ ਗਏ ਜਿਨ੍ਹਾਂ ਦੇ ਉੱਤੇ ਪਲਾਸਟਿਕ ਦੀ ਪਰਤ ਚੜੀ ਵੀ ਆ, ਉਹਨਾਂ ਨੂੰ ਕੀ ਆ, ਮੁੜ ਉਤਪਾਦਿਤ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ। ਅਗਲਾ ਹੈ, ਕਹਿੰਦਾ ਪੈਕਿੰਗ ਵਿੱਚ ਉਪਯੋਗ ਹੋਣ ਵਾਲੀਆਂ ਵੱਖ-ਵੱਖ ਵਸਤੂਆਂ ਇਕੱਠੀਆਂ ਕਰੋ, ਇਹਨਾਂ ਵਿੱਚੋਂ ਹਰ ਇੱਕ ਦਾ ਕਿਸ ਉਦੇਸ਼ ਲਈ ਉਪਯੋਗ ਕੀਤਾ ਗਿਆ ਸੀ, ਚਰਚਾ ਕਰੋ।
ਆਪਣੇ ਕੋਲ ਰਾਜੇ ਬਹੁਤ ਸਾਰਾ ਸਮਾਨ ਹੀ ਆਮ ਤੌਰ ਤੇ ਹੁਣ ਪੈਕ ਕੀਤਾ ਵਾ ਆਉਂਦਾ ਗਾ ਵੱਖ-ਵੱਖ ਤਰ੍ਹਾਂ ਦੇ ਲਿਫਾਫਿਆਂ ਦੇ ਵਿੱਚ, ਡੱਬਿਆਂ ਦੇ ਵਿੱਚ। ਤਾਂ ਆਪਾਂ ਦੇਖਦੇ ਹਾਂ ਇਸ ਉੱਤਰ ਬਾਰੇ। ਉੱਤਰ ਕੀ ਆ? ਕਹਿੰਦਾ ਪੈਕਿੰਗ ਵਿੱਚ ਵਰਤੇ ਗਏ ਚਮਕਦਾਰ ਕਾਗਜ਼, ਥਰਮੋਕੋਲ ਆਦਿ ਦਾ ਪ੍ਰਯੋਗ ਦੁਬਾਰਾ ਤੋਹਫਿਆਂ ਦੀ ਪੈਕਿੰਗ ਲਈ ਕੀਤਾ ਜਾ ਸਕਦਾ ਹੈ। ਤਾਂ ਦੇਖੋ ਬੱਚਿਓ, ਕੁਝ ਜਿਹੜੇ ਪੈਕਿੰਗ ਹੁੰਦੇ ਆ ਕਾਹਦੇ ਨਾਲ ਪੈਕ ਕੀਤੇ ਹੋਏ ਹੁੰਦੇ ਆ, ਕੋਈ ਵੀ ਸਮਾਨ ਚਮਕਦਾਰ ਕਾਗਜ਼ ਲੱਗੇ ਹੁੰਦੇ ਆ ਜਾਂ ਵਿੱਚ ਥਰਮੋਕੋਲ ਲੱਗੀ ਹੁੰਦੀ ਆ, ਇੱਕ ਗੁੱਦ ਜੀ ਟਾਈਪ। ਠੀਕ ਹੈ। ਤਾਂ ਹੁਣ ਜਿਹੜਾ ਇਹ ਪਦਾਰਥ ਆਪਾਂ ਇਹਨੂੰ ਨਿਪਟਾਰਾ ਕਿਵੇਂ ਕਰ ਸਕਦੇ ਆ? ਇਹਨੂੰ ਮੁੜ ਵਰਤੋਂ ਵਿੱਚ ਲਿਆ ਸਕਦੇ ਆ। ਜਿਹੜਾ ਕਾਗਜ਼ ਨੂੰ ਪਹਿਲਾਂ ਕਿਸੇ ਵੀ ਚੀਜ਼ ਤੋਂ ਸਹੀ ਤਰੀਕੇ ਦੇ ਨਾਲ ਉਤਾਰ ਲਓ, ਜਦੋਂ ਆਪਾਂ ਦੁਬਾਰਾ ਕਦੇ ਕੋਈ ਤੋਹਫਾ ਦੇਣਾਗਾ ਤਾਂ ਉਹਦੇ ਵਿੱਚ ਆਪਾਂ ਉਹ ਥਰਮੋਕੋਲ ਦਾ ਬਾਕਸ ਬਣਾ ਕੇ ਜਾਂ ਉਹ ਚਮਕਦਾਰ ਕਾਗਜ਼ ਬਣਾ ਕੇ ਉਸ ਨੂੰ ਦੁਬਾਰਾ ਵੀ ਆਪਾਂ ਕੀ ਕਰ ਸਕਦੇ ਆ? ਵਰਤ ਕਰ ਸਕਦੇ ਆ। ਅੱਗੇ ਦੇਖੋ, ਕਹਿੰਦਾ ਪੈਕਿੰਗ ਵਿੱਚ ਵਰਤੇ ਜਾਣ ਵਾਲੇ ਪਾਲੀਥੀਨ ਲਿਫਾਫਿਆਂ ਦੀ ਵਰਤੋਂ ਲੰਮਾ ਸਮਾਂ ਵੱਖ-ਵੱਖ ਪਦਾਰਥਾਂ ਨੂੰ ਮੁੜ ਸਟੋਰ ਕਰਨ ਜਾਂ ਪੈਕਿੰਗ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੱਪੜੇ ਦੇ ਬਣੇ ਹੋਏ ਥੈਲੇ ਬਾਅਦ ਵਿੱਚ ਝੋਲਿਆਂ ਦੇ ਰੂਪ ਵਿੱਚ ਵਰਤੇ ਜਾਂਦੇ ਆ। ਤਾਂ ਦੇਖੋ, ਜਿਹੜਾ ਆਪਣੇ ਕੋਲ ਬੱਚਿਓ ਮਟੀਰੀਅਲ ਆਉਂਦਾ ਗਾ, ਠੀਕ ਹੈ, ਉਹ ਲਿਫਾਫੇ ਦੇ ਵਿੱਚ ਆਪਣੇ ਕੋਲ ਆਉਂਦਾ ਗਾ। ਕਦੇ ਵੀ ਉਹਨਾਂ ਲਿਫਾਫਿਆਂ ਨੂੰ ਮਟੀਰੀਅਲ ਕੱਢਣ ਤੋਂ ਬਾਅਦ ਸੁੱਟੋ ਨਾ। ਆਪਾਂ ਉਹਨਾਂ ਲਿਫਾਫਿਆਂ ਨੂੰ ਹੋਰ ਪਦਾਰਥ ਸਟੋਰ ਕਰਨ ਦੇ ਲਈ ਵੀ ਕੀ ਕਰਦੇ ਆ? ਵਰਤਦੇ ਆ ਆਪਣੇ ਘਰਾਂ ਦੇ ਵਿੱਚ। ਤੇ ਜਿਹੜੇ ਕੁਝ ਕੱਪੜਿਆਂ ਤੋਂ ਬਣੇ ਹੋਏ ਥੈਲੇ ਹੁੰਦੇ ਆ, ਉਹਨਾਂ ਨੂੰ ਆਪਾਂ ਜਿਵੇਂ ਆਪਾਂ ਝੋਲੇ ਕਹਿ ਦਿੰਦੇ ਆ, ਮਤਲਬ ਝੋਲੇ ਵੀ ਕੀ ਆ ਵੀ ਹੋਰ ਸਮਾਨ ਆਪਾਂ ਦੁਬਾਰਾ ਸਾਂਭਣ ਦੇ ਲਈ ਕੀ ਕਰ ਸਕਦੇ ਆ? ਵਰਤ ਸਕਦੇ ਆ। ਠੀਕ ਹੈ ਜੀ। ਅੱਗੇ ਆ ਪੈਕਿੰਗ ਵਿੱਚ ਵਰਤੇ ਜਾਣ ਵਾਲੇ ਗੱਤੇ ਦੇ ਡੱਬੇ, ਪਲਾਸਟਿਕ ਦੇ ਡੱਬੇ ਆਦਿ ਨੂੰ ਹੋਰ ਵਸਤਾਂ ਦੀ ਪੈਕਿੰਗ ਲਈ ਮੁੜ ਵਰਤਿਆ ਜਾਂਦਾ ਹੈ। ਤਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਵੇਂ ਤੁਸੀਂ ਕੋਈ ਗੱਤੇ ਦੇ ਡੱਬਿਆਂ ਦੇ ਵਿੱਚ ਵਸਤੂਆਂ ਆਉਂਦੀਆਂ, ਜਿਵੇਂ ਬੂਟਾਂ ਦੇ ਡੱਬੇ ਹੋ ਗਏ, ਠੀਕ ਹੈ, ਜਾਂ ਹੋਰ ਵੱਡੀਆਂ ਡੱਬਿਆਂ ਦੇ ਵਿੱਚ ਵਸਤੂਆਂ ਆਉਂਦੀਆਂ, ਉਹ ਡੱਬਿਆਂ ਨੂੰ ਆਪਾਂ ਕੀ ਆ? ਸੁੱਟਣਾ ਨਹੀਂ ਚਾਹੀਦਾ। ਉਹਨਾਂ ਡੱਬਿਆਂ ਦੇ ਵਿੱਚ ਹੋਰ ਆਪਣੇ ਘਰਾਂ ਦੇ ਵਿੱਚ ਜੋ ਸਮਾਨ ਹੁੰਦਾ ਹੈ ਉਸ ਦੀ ਆਪਾਂ ਪੈਕਿੰਗ ਕਰਕੇ ਮੁੜ ਵਰਤ ਸਕਦੇ ਹਾਂ। ਇਹਨਾਂ ਤੋਂ ਇਲਾਵਾ ਜਿਹੜੇ ਪਲਾਸਟਿਕ ਦੇ ਡੱਬਿਆਂ ਨੂੰ ਵੀ ਆਪਾਂ ਕੀ ਆ? ਦੁਬਾਰਾ ਸਮਾਨ ਪੈਕ ਕਰਨ ਦੇ ਲਈ ਵਰਤ ਸਕਦੇ ਹਾਂ। ਅਗਲਾ ਪੁਆਇੰਟ, ਪਲਾਸਟਿਕ ਦੀਆਂ ਬੋਤਲਾਂ ਦਾ ਪ੍ਰਯੋਗ ਘਰਾਂ ਦੇ ਵਿੱਚ ਤਰਲ ਪਦਾਰਥਾਂ ਨੂੰ ਸਟੋਰ ਕਰਨ ਲਈ ਕੀਤਾ ਜਾਂਦਾ ਹੈ। ਪਲਾਸਟਿਕ ਦੇ ਡੱਬੇ ਆਦਿ ਦਾ ਪ੍ਰਯੋਗ ਵੀ ਰਸੋਈ ਘਰ ਦੀਆਂ ਵੱਖ-ਵੱਖ ਵਸਤਾਂ ਨੂੰ ਸੰਭਾਲ ਕਰਨ ਲਈ ਕੀਤਾ ਜਾਂਦਾ ਹੈ। ਤਾਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਸੀ, ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਗੀਆਂ, ਇੱਕ ਵਾਰ ਖਾਲੀ ਹੋਣ ਤੋਂ ਬਾਅਦ ਆਪਾਂ ਉਹਨਾਂ ਨੂੰ ਮੁੜ ਆਪਣੇ ਘਰਾਂ ਦੇ ਵਿੱਚ ਤੇਲ ਸਾਂਭਣ ਲਈ ਜਾਂ ਪਾਣੀ ਸਟੋਰ ਕਰਨ ਦੇ ਲਈ ਵਰਤ ਸਕਦੇ ਹਾਂ। ਇਹਨਾਂ ਤੋਂ ਇਲਾਵਾ ਜਿਹੜੇ ਪਲਾਸਟਿਕ ਦੇ ਡੱਬੇ ਆਪਣੇ ਕੋਲ ਬਚਦੇ ਆ, ਉਹਨਾਂ ਨੂੰ ਵੀ ਆਪਾਂ ਕੀ ਕਰ ਸਕਦੇ ਹਾਂ? ਆਪਣੇ ਘਰਾਂ ਦਾ, ਰਸੋਈ ਘਰਾਂ ਦਾ ਸਮਾਨ ਲਈ ਵਰਤ ਸਕਦੇ ਹਾਂ। ਤੇ ਇਹ ਸੀਗੇ ਬੱਚਿਓ ਕੁਝ ਸਮਾਨ ਪੈਕਿੰਗ ਕਰਨ ਵਾਲੇ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਇਕੱਠੀਆਂ ਹੁੰਦੀਆਂ, ਤੇ ਕਿਵੇਂ ਆਪਾਂ ਇਹ ਪਹਿਲਾਂ ਵਰਤੀਆਂ ਜਾਂਦੀਆਂ ਹਨ ਤੇ ਕਿਵੇਂ ਇਹਨਾਂ ਨੂੰ ਆਪਾਂ ਦੁਬਾਰਾ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ। ਠੀਕ ਹੈ। ਹੁਣ ਆਪਾਂ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਇਹ ਹੈ, ਇੱਕ ਅਜਿਹਾ ਉਦਾਹਰਨ ਦਿਓ ਜਿਸ ਵਿੱਚ ਪੈਕਿੰਗ ਦੀ ਮਾਤਰਾ ਘੱਟ ਕੀਤੀ ਜਾ ਸਕਦੀ ਸੀ। ਤਾਂ ਜਿਵੇਂ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਵੱਖ-ਵੱਖ ਪੈਕ ਕਰਨ ਵਾਲਿਆਂ ਵਸਤੂਆਂ ਦੀ ਗੱਲ ਕੀਤੀ ਸੀ, ਹੁਣ ਆਪਾਂ ਦੇਖਦੇ ਹਾਂ ਵੀ ਕੁਝ ਜਿਹੋ ਜਿਹੇ ਵੀ ਉਦਾਹਰਨਾਂ ਬਣਦੀਆਂ ਵੀ ਜਿੱਥੇ ਆਪਾਂ ਨੂੰ ਲੱਗਦਾ ਸੀ ਵੀ ਜੇ ਪੈਕਿੰਗ ਨਾ ਕੀਤੀ ਹੁੰਦੀ ਤਾਂ ਵੀ ਆਪਣੀ ਇਹ ਚੀਜ਼ ਆਪਾਂ ਨੂੰ ਸਹੀ ਮਿਲ ਜਾਂਦੀ ਸੀ। ਤਾਂ ਉਹ ਕੀ ਆ? ਉੱਤਰ ਦੇਖੋ ਪਹਿਲਾਂ। ਕਹਿੰਦਾ ਬੱਚਿਆਂ ਦੇ ਖੇਡਣ ਲਈ ਆਉਣ ਵਾਲੇ ਖਿਡੌਣੇ, ਪੈਰਾਂ ਵਿੱਚ ਪਾਉਣ ਵਾਲੇ ਬੂਟ, ਚੱਪਲ ਆਦਿ ਡੱਬਿਆਂ ਦੇ ਵਿੱਚ ਪੈਕ ਕੀਤੇ ਆਉਂਦੇ ਹਨ। ਅਸੀਂ ਇਹਨਾਂ ਨੂੰ ਖਰੀਦ ਕੇ ਡੱਬਿਆਂ ਤੋਂ ਬਾਹਰ ਕੱਢ ਕੇ ਵਰਤਦੇ ਹਾਂ ਅਤੇ ਇਹਨਾਂ ਡੱਬਿਆਂ ਨੂੰ ਕੂੜੇ ਕਰਕਟ ਦੇ ਰੂਪ ਵਿੱਚ ਸੁੱਟ ਦਿੰਦੇ ਹਾਂ। ਸੋ ਇਹਨਾਂ ਦੀ ਪੈਕਿੰਗ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਹ ਬਿਨਾਂ ਪੈਕਿੰਗ ਦੇ ਵੀ ਵੇਚੇ ਜਾ ਸਕਦੇ ਹਨ। ਤਾਂ ਬੱਚਿਓ, ਆਪਾਂ ਖਿਡੌਣੇ ਲੈ ਕੇ ਆਉਣੇ ਹੋ ਤੁਸੀਂ, ਠੀਕ ਹੈ, ਖਿਡੌਣੇ ਡੱਬੇ ਦੇ ਵਿੱਚ ਪੈਕ ਕੀਤੇ ਹੋਏ ਹੁੰਦੇ ਆ, ਪਰ ਜਦੋਂ ਤੁਸੀਂ ਖਿਡੌਣਾ ਘਰੇ ਲਿਆਏ ਉਸ ਤੋਂ ਬਾਅਦ ਤੁਸੀਂ ਉਸ ਡੱਬੇ ਨੂੰ ਕੀ ਕਰਦੇ ਹੋ? ਸੁੱਟ ਦਿੰਦੇ ਹੋ। ਠੀਕ ਹੈ। ਖਿਡੌਣੇ ਨਾਲ ਖੇਡਦੇ ਹੋ, ਡੱਬਾ ਕੀ ਆ? ਫਾਲਤੂ ਹੋ ਜਾਂਦਾ, ਉਹਨੂੰ ਆਪਾਂ ਸੁੱਟ ਦਿੰਦੇ ਆ। ਪਰ ਜੇ ਦੁਕਾਨਦਾਰ ਚਾਹਵੇ ਤਾਂ ਉਹ ਤੁਹਾਨੂੰ ਬਿਨਾਂ ਡੱਬੇ ਤੋਂ ਹੀ ਚੀਜ਼ਾਂ ਦੇ ਸਕਦਾ ਗਾ, ਖਿਡੌਣੇ ਦੇ ਸਕਦਾ ਹੈ। ਤਾਂ ਉਹ ਵੀ ਇੱਕ ਵਧੀਆ ਤਰੀਕਾ ਹੈ। ਇਹਨਾਂ ਤੋਂ ਇਲਾਵਾ ਆਪਣੇ ਪੈਰਾਂ ਦੇ ਵਿੱਚ ਪਾਉਣ ਵਾਲੇ ਬੂਟ, ਚੱਪਲਾਂ ਲੈ ਕੇ ਆਉਣੇ ਆ, ਉਹ ਆਪਾਂ ਨੂੰ ਡੱਬੇ ਦੇ ਵਿੱਚ ਮਿਲਦੇ ਆ। ਆਪਾਂ ਘਰੇ ਆ ਕੇ ਉੱਥੋਂ ਆਪਣੇ ਬੂਟ ਚੱਪਲਾਂ ਬਾਹਰ ਕੱਢ ਲੈਂਦੇ ਆ ਤੇ ਜਿਹੜਾ ਉਹ ਡੱਬਾ ਹੁੰਦਾ ਉਹਨੂੰ ਸੁੱਟ ਦਿੰਦੇ ਆ। ਤਾਂ ਜੇਕਰ ਇਹ ਸੰਭਵ ਹੋਵੇ ਕਿ ਬਿਨਾਂ ਡੱਬਿਆਂ ਤੋਂ ਆਪਾਂ ਨੂੰ ਬੂਟ ਚੱਪਲਾਂ ਦਿੱਤੀਆਂ ਜਾਣ ਤਾਂ ਵੀ ਕੀ ਹੋਏਗਾ? ਆਪਾਂ ਉਹਨਾਂ ਨੂੰ ਖਰੀਦਾਂਗੇ, ਕਿਉਂਕਿ ਆਪਾਂ ਉਹ ਪੈਰਾਂ ਦੇ ਵਿੱਚ ਹੀ ਪਾਉਣੀਆਂ ਤੇ ਡੱਬੇ ਆਪਾਂ ਬਾਅਦ ਦੇ ਵਿੱਚ ਸੁੱਟਣੇ ਆ। ਸੋ ਇਹਨਾਂ ਤਰੀਕਿਆਂ ਦੇ ਨਾਲ ਆਪਾਂ ਕੀ ਆ? ਕੁਛ ਨਾ ਕੁਛ ਜਿਹੜੀ ਪੈਕਿੰਗ ਆ ਉਹ ਘੱਟ ਕਰ ਸਕਦੇ ਆ। ਅਗਲਾ ਪ੍ਰਸ਼ਨ ਆ ਬੱਚਿਓ ਆਪਣਾ ਇੱਕ, ਕੀ ਤੁਹਾਡੇ ਵਿਚਾਰ ਵਿੱਚ ਰਸਾਇਣਿਕ ਖਾਦ ਦੀ ਥਾਂ ਤੇ ਕੰਪੋਸਟ ਦਾ ਉਪਯੋਗ ਉੱਤਮ ਹੁੰਦਾ ਹੈ? ਤਾਂ ਬੱਚਿਓ ਆਪਾਂ ਇਹਦਾ ਉੱਤਰ ਜਾਣਦੇ ਹਾਂ। ਰਸਾਇਣਿਕ ਖਾਦ ਦੀ ਥਾਂ ਤੇ ਕੰਪੋਸਟ ਦਾ ਪ੍ਰਯੋਗ ਕਰਨਾ ਹਮੇਸ਼ਾ ਉੱਤਮ ਹੁੰਦਾ ਹੈ। ਕਿਉਂ ਹੁੰਦਾ ਹੈ? ਆਓ ਆਪਾਂ ਹੁਣ ਜਾਣਦੇ ਹਾਂ।
ਤਾਂ ਬੱਚਿਓ ਇੱਕ ਆਪਣੇ ਕੋਲ ਕੰਪੋਸਟ ਖਾਦ ਹੈ, ਇੱਕ ਰਸਾਇਣਿਕ ਖਾਦ। ਆਪਾਂ ਜਾਣਦੇ ਹਾਂ ਵੀ ਜਿਹੜੀ ਕੰਪੋਸਟ ਆ ਉਹਦਾ ਉਪਯੋਗ ਉੱਤਮ ਕਿਵੇਂ ਆ। ਪਹਿਲਾਂ ਦੇਖੋ, ਕਹਿੰਦਾ ਕੰਪੋਸਟ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੀ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖਦੀ ਹੈ, ਜਦੋਂ ਕਿ ਰਸਾਇਣਿਕ ਖਾਦਾਂ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣਾਂ ਦਾ ਕਾਰਨ ਬਣਦੀਆਂ ਹਨ। ਇਹ ਭੂਮੀ ਦੀ ਕੁਦਰਤੀ ਸ਼ਕਤੀ ਨੂੰ ਵੀ ਹੌਲੀ-ਹੌਲੀ ਖਤਮ ਕਰ ਦਿੰਦੀਆਂ ਹਨ। ਤਾਂ ਦੇਖੋ ਪਹਿਲਾ ਪੁਆਇੰਟ ਬਹੁਤ ਸੋਹਣਾ ਬੱਚਿਓ, ਵੀ ਜਿਹੜੀ ਕੰਪੋਸਟ ਆ ਉਹ ਕੀ ਆ, ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਕਰਦੀ, ਤੇ ਉਹ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਆ, ਕੁਦਰਤੀ ਸ਼ਕਤੀ ਆ, ਉਹਨੂੰ ਵੀ ਕੀ ਆ, ਬਣਾ ਕੇ ਰੱਖਦੀ ਆ। ਪਰ ਜਿਹੜੀਆਂ ਰਸਾਇਣਿਕ ਖਾਦਾਂ ਬੱਚਿਓ ਉਹ ਵੱਖ-ਵੱਖ ਤਰ੍ਹਾਂ ਦੇ ਜਲ ਪ੍ਰਦੂਸ਼ਣ ਦਾ, ਮਿੱਟੀ ਪ੍ਰਦੂਸ਼ਣ ਦਾ, ਹਵਾ ਪ੍ਰਦੂਸ਼ਣ ਦਾ ਕਾਰਨ ਬਣ ਜਾਂਦੀਆਂ ਗੀਆਂ। ਤੇ ਇਸ ਤੋਂ ਇਲਾਵਾ ਇਹ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਆ ਉਹਨੂੰ ਵੀ ਹੌਲੀ-ਹੌਲੀ ਕੀ ਕਰਦੀਆਂ, ਘਟਾ ਕੇ ਖਤਮ ਕਰਦੀਆਂ। ਤਾਂ ਇੱਥੇ ਕੀ ਆ, ਕੰਪੋਸਟ ਦਾ ਪ੍ਰਯੋਗ ਕਰਨਾ ਉੱਤਮ ਹੋਏਗਾ। ਹੋਰ ਪੁਆਇੰਟ ਦੇਖੋ, ਕੰਪੋਸਟ ਨੂੰ ਵਿਅਰਥ ਪਦਾਰਥਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਵਿਅਰਥ ਪਦਾਰਥਾਂ ਦੇ ਨਿਪਟਾਰੇ ਦਾ ਵੀ ਇੱਕ ਸਾਧਨ ਹੈ। ਰਸਾਇਣਿਕ ਖਾਦਾਂ ਨੂੰ ਰਸਾਇਣਿਕ ਪਦਾਰਥਾਂ ਤੋਂ ਤਿਆਰ ਕੀਤਾ ਜਾਂਦਾ ਹੈ, ਜੋ ਕਿ ਵੱਖ-ਵੱਖ ਤਰੀਕਿਆਂ ਨਾਲ ਸਾਡੇ ਲਈ ਨੁਕਸਾਨਦਾਇਕ ਹੋ ਸਕਦੇ ਹਨ। ਤਾਂ ਦੇਖੋ ਕੰਪੋਸਟ ਕਾਹਦੀ ਤਿਆਰ ਹੁੰਦੀ ਆ ਬੱਚਿਓ, ਵਿਅਰਥ ਪਦਾਰਥਾਂ ਦੀ। ਜਿਹੜਾ ਆਪਣੇ ਘਰਾਂ ਦੇ ਵਿੱਚ ਵਿਅਰਥ ਪਦਾਰਥ ਬਚੇ ਹੋਏ ਆ, ਤਾਂ ਇੱਕ ਤਾਂ ਉਹਦੇ ਨਾਲ ਕੀ ਹੋਇਆ, ਆਪਣੇ ਵਿਅਰਥ ਪਦਾਰਥਾਂ ਦਾ ਨਿਪਟਾਰਾ ਹੋ ਗਿਆ, ਦੂਜੀ ਆਪਾਂ ਨੂੰ ਖਾਦ ਮਿਲ ਗਈ। ਪਰ ਜਿਹੜੀ ਰਸਾਇਣਿਕ ਖਾਦ ਆ ਉਹ ਰਸਾਇਣਿਕ ਪਦਾਰਥਾਂ ਤੋਂ ਤਿਆਰ ਹੁੰਦੀ ਆ, ਤੇ ਜਿਹੜੇ ਰਸਾਇਣਿਕ ਪਦਾਰਥ ਆ ਉਹ ਸਾਡੇ ਲਈ ਬਹੁਤ ਤਰੀਕਿਆਂ ਦੇ ਨਾਲ ਹਾਨੀਕਾਰਕ ਹੁੰਦੇ ਆ, ਨੁਕਸਾਨਦਾਇਕ ਹੁੰਦੇ ਆ। ਸਾਡੇ ਲਈ ਕਈ ਬਿਮਾਰੀਆਂ ਦਾ ਕਾਰਨ ਬਣਦੇ ਆ, ਬਹੁਤ ਸਾਰੇ ਪ੍ਰਦੂਸ਼ਣਾਂ ਦਾ ਕਾਰਨ ਬਣਦੇ ਆ। ਸੋ ਇੱਥੇ ਵੀ ਆਪਣੇ ਕੋਲ ਕੀ ਆ, ਕੰਪੋਸਟ ਦਾ ਪ੍ਰਯੋਗ ਕਰਨਾ ਉੱਤਮ ਹੁੰਦਾਗਾ। ਫਿਰ ਆਪਣੇ ਕੋਲ ਅਗਲਾ ਪੁਆਇੰਟ ਕੀ ਆ, ਜਿਹੜੀ ਕੰਪੋਸਟ ਤਿਆਰ ਕਰਨ ਦੀ ਵਿਧੀ ਸਰਲ ਅਤੇ ਸਸਤੀ ਹੈ। ਆਪਾਂ ਨੇ ਕੀ ਕਰਨਾ, ਇੱਕ ਟੋਆ ਪੁੱਟਣਾ, ਉਹਦੇ ਵਿੱਚ ਆਪਣੇ ਪਦਾਰਥ ਜਮ੍ਹਾਂ ਕਰੀ ਜਾਣੇ ਆ, ਤੇ ਇਸ ਵਿਧੀ ਦੇ ਨਾਲ ਆਪਾਂ ਕੀ ਆ, ਕੰਪੋਸਟ ਤਿਆਰ ਕਰਦੇ ਆ। ਪਰ ਜਿਹੜੀਆਂ ਰਸਾਇਣਿਕ ਖਾਦਾਂ ਤਿਆਰ ਕਰਨ ਲਈ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਵੱਡੀਆਂ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਰਸਾਇਣਿਕ ਖਾਦਾਂ ਤਿਆਰ ਕਰਨ ਦੀਆਂ ਵਿਧੀਆਂ ਮਹਿੰਗੀਆਂ ਪੈਂਦੀਆਂ। ਤਾਂ ਜਿਹੜੀਆਂ ਰਸਾਇਣਿਕ ਖਾਦਾਂ ਉਹਨਾਂ ਨੂੰ ਤਿਆਰ ਕਰਨ ਲਈ ਫੈਕਟਰੀਆਂ ਲਾਉਣੀਆਂ ਪੈਂਦੀਆਂ, ਫਿਰ ਉਹਨਾਂ ਵਿੱਚ ਮਸ਼ੀਨਾਂ ਦਾ ਪ੍ਰਯੋਗ ਹੁੰਦਾ, ਤਾਂ ਕਾਫੀ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਆ। ਸੋ ਇਹਨਾਂ ਤਰੀਕਿਆਂ ਦੇ ਨਾਲ ਬੱਚਿਓ ਜਿਹੜੀ ਕੰਪੋਸਟ ਆ ਉਹ ਆਪਣੇ ਲਈ ਜ਼ਿਆਦਾ ਉਪਯੋਗੀ ਆ, ਜ਼ਿਆਦਾ ਉੱਤਮ ਆ ਰਸਾਇਣਿਕ ਖਾਦਾਂ ਦੇ ਮੁਕਾਬਲੇ। ਠੀਕ ਹੈ ਬੱਚਿਓ। ਤਾਂ ਬੱਚਿਓ ਮੈਨੂੰ ਉਮੀਦ ਆ ਕਿ ਅੱਜ ਆਪਾਂ ਇਸ ਪਾਠ ਦੇ ਵਿੱਚ ਜੋ ਪ੍ਰਸ਼ਨ ਉੱਤਰ ਹੱਲ ਕੀਤੇ ਆ ਇਹ ਤੁਹਾਨੂੰ ਸਮਝ ਆ ਗਏ ਹੋਣਗੇ। ਧੰਨਵਾਦ ਸਾਰਿਆਂ ਦਾ।